बकरियां तो नहीं किसी ने रखियां जां चालियां। एक बुजुर्ग जब मैं मत्था टेक रहा सी, क्योंकि ही डिडंट रियलाइज कि मैं मत्था टेक रहा, उन्हें पिछे पूछा कि ये कौन है। उन्हें कहा मजीठिया। उठ के उन्हें घुट के मैनू जफ्फी पा ली, मैनू मत्था नहीं टेकन दिता। मैं एंड 100% मतलब मैनू हैरानगी हुई। वेखो मेरा कढ़ाता लुकआउट नोटिस, इन्हां नूं ये नहीं पता मेरे पासपोर्ट 'च तां एक भी वैलिड वीज़ा नहीं। मतलब ये एवें ड्रामे ते ड्रामा रची जांदे सी ते मैं तां किथे भी नहीं गया सी। मेरे पता मैं किथे सी, तुसीं भावें इन्हां दोवां नूं पुछ लैंदे। राहु केतू नूं दोवां नूं पता सी मैं किथे बैठे। एवें थोड़े अखां 'च उत्थे पता ही है, तेरे मगर जिहड़ा बंदा बैठा उहनूं पुछ लै। ਤੇ ਫਿਰ ਇਹ ਤਾਂ ਨਿਆਣੇ ਜੰਮਦੇ ਨਿਆਣੇ ਨੂੰ ਵੀ ਪਤਾ ਕਿ ਜਦੋਂ ਪਰਚਾ ਦਰਜ ਹੋ ਜੇ ਤੇ ਇਨਵੈਸਟੀਗੇਸ਼ਨ ਹੁੰਦੀ, ਕੋਈ ਮਾੜੀ ਗੱਲ ਤਾਂ ਨਹੀਂ। ਤੁਸੀਂ ਚੰਨੀ ਸਾਹਿਬ ਨੂੰ ਇਹ ਪੁੱਛ ਲਿਓ ਕਿ ਤੁਸੀਂ PIL ਤੇ ਐਡਾ ਜ਼ੋਰ ਲਾਉਂਦੇ ਸੀ, ਤੁਸੀਂ 3 ਤਾਂ ਐਡਵੋਕੇਟ ਜਨਰਲ ਬਦਲ ਲਏ, ਦਿੱਲੀੋਂ ਤੁਸੀਂ ਸੁਪਰੀਮ ਕੋਰਟ ਦੇ ਲਾਇਰ ਲਿਆਏ, ਫਿਰ PIL ਤੋਂ ਕਿਉਂ ਭੱਜ ਗਏ? ਹੈ ਆਮ ਆਦਮੀ ਪਾਰਟੀ ਕਹਿ ਰਹੀ ਕਿ ਮਿਲੀ ਭੁਗਤ ਸੀਗੀ ਕਾਂਗਰਸ ਤੇ ਅਕਾਲੀ ਦਲ ਦੀ, ਅਰੈਸਟ ਨਹੀਂ ਹੋਇਆ। ਤੁਸੀਂ ਕਹਿੰਦੇ ਰਾਹੁਲ ਕੇਤੂ ਨੂੰ ਪਤਾ ਸੀ, ਮਤਲਬ ਅਰੈਸਟ ਜਾਣਬੁੱਝ ਤੇ ਤੁਹਾਨੂੰ ਕੀ ਲੱਗਦਾ ਕਿ ਹੋਮ ਮਿਨਿਸਟਰ ਤੇ ਇਹਨਾਂ ਨੂੰ ਨਹੀਂ ਪਤਾ? ਸਭ ਪਤਾ ਹੁੰਦਾ ਇਹਨਾਂ ਨੂੰ। ਇਹਦਾ ਮਤਲਬ ਤੁਹਾਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਗਈ, ਉਹ ਜਿਹੜੀਆਂ ਰੇਡਾਂ ਹੁੰਦੀਆਂ ਸੀ ਤੁਹਾਨੂੰ ਸਭ ਪਤਾ ਹੈ ਜੀ। ਅੱਜ ਨਹੀਂ ਮੈਂ ਦੱਸੂਗਾ, ਕੱਲ ਪਰਸੋਂ ਤੱਕ ਦੱਸ। ਆਪਣਾ ਤਾਂ ਲੱਲੂ ਕਰੇ ਕਵੱਲੀ, ਰੱਬ ਸਿੱਧੀਆਂ ਪਾਓ। ਸਾਡੇ ਵਰਗਾ ਨਿਮਾਣਾ ਨਾ ਚੀਜ਼ ਲੱਲੂ ਇਨਸਾਨ ਨਹੀਂ ਲੱਭਣਾ। ਮੈਂ ਧੰਨਵਾਦੀ ਆ ਚੰਨੀ ਸਾਹਿਬ ਦਾ, ਤੇ ਮੈਨੂੰ ਜਿੰਨਾ ਸਮਾਂ ਨਿਤਨੇਮ ਕਰਨ ਦਾ ਨਹੀਂ ਮਿਲਦਾ ਸੀ ਨਾ, ਇੰਨਾ ਨਜ਼ਾਰਾ ਇਹਨਾਂ ਨੇ ਬੰਨਤਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਸੱਚੇ ਪਾਤਸ਼ਾਹ ਦਾ, परमात्मा ਦਾ ਕੋਟਨ ਕੋਟ ਧੰਨਵਾਦ ਕਿ ਮੇਰੇ ਵਰਗੇ ਨਮਾਣੇ ਨਾਚੀਜ਼ ਇਨਸਾਨ ਨੂੰ परमात्मा ਨੇ ਜਿੱਥੇ ਕਿਰਪਾ ਬਖਸ਼ਿਸ਼ ਕੀਤੀ ਆ, ਉੱਥੇ ਮੈਂ ਕਹਿ ਸਕਦਾ ਕਿ ਲੱਖਾਂ ਲੋਕਾਂ ਨੇ, ਮੇਰੇ ਬਜ਼ੁਰਗਾਂ ਨੇ, ਮੇਰੀਆਂ ਮਾਵਾਂ ਨੇ, ਭੈਣਾਂ ਨੇ, ਨੌਜਵਾਨਾਂ ਨੇ ਜੋ ਅਰਦਾਸਾਂ ਬੇਨਤੀਆਂ ਕੀਤੀਆਂ ਮੇਰੇ ਵਾਸਤੇ। ਅੱਜ ਮੈਂ ਸਮਝਦਾ ਕਿ ਜੇ ਮੈਂ ਅੱਜ ਤੁਹਾਡੇ ਅੱਗੇ ਬੈਠਿਆ ਤੇ ਉਹਨਾਂ ਅਰਦਾਸਾਂ ਦੇ ਸਦਕੇ, ਔਰ ਬਿਲਕੁਲ ਇਹ ਗੱਲ ਕਿ ਮੈਂ ਸਮਝਦਾ ਮੈਂ ਕਤਾਈ ਕਰ ਰਿਹਾ ਹੂੰਗਾ ਕਿ ਜੇ ਮੈਂ ਜਿਨ੍ਹਾਂ ਵਕੀਲ ਸਾਹਿਬਾਨਾਂ ਨੇ ਹੱਕ ਸੱਚ ਦੀ ਗੱਲ ਕਰਦਿਆਂ ਸੱਚਾਈ ਸਾਹਮਣੇ ਕੋਰਟਾਂ ਅੱਗੇ ਰੱਖੀਆਂ, ਆਨਰੇਬਲ ਕੋਰਟਸ ਦਾ, ਜਿੱਥੇ ਹਮੇਸ਼ਾ ਹੀ ਮੈਂ ਸਮਝਦਾ ਮੈਨੂੰ ਇਨਸਾਫ ਮਿਲਦਾ ਆਇਆ, ਔਰ ਅੱਜ ਵੀ ਭਾਵੇਂ ਸਰਕਾਰ ਦੀਆਂ ਲੱਖ ਕੋਸ਼ਿਸ਼ਾਂ, ਹਰ ਤਰੀਕੇ ਦੀ ਸ਼ਰਾਰਤ, ਕਾਨੂੰਨ ਨੂੰ ਹਰ ਤਰੀਕੇ ਨਾਲ ਛਿੱਕੇ ਤੇ ਟੰਗ ਕੇ ਲੋਕਾਂ ਨੂੰ ਕਿਵੇਂ ਪਹਿਲਾਂ ਡਰਾਇਆ ਗਿਆ, ਧਮਕਾਇਆ ਗਿਆ, ਜੋ ਕਰ ਸਕਦੇ ਸੀ। ਔਰ ਤਾਂ ਆਪਾਂ ਵੇਖਿਆ ਹੀ ਹੈ, ਸ਼ਾਇਦ ਪਹਿਲੀ ਵਾਰੀ ਹੋਇਆ ਕਿ 3 ਮਹੀਨਿਆਂ 'ਚ 4 DGPs, ਇਟਸ ਅਨਹਰਡ ਆਫ। ਮਤਲਬ ਅੱਜ ਤੱਕ ਪੰਜਾਬ ਦੀ ਪੋਲਿਟਿਕਸ 'ਚ ਕੀ ਕਿਸੇ ਸੂਬੇ ਦੀ ਪੋਲਿਟਿਕਸ 'ਚ ਇਹ ਨਹੀਂ ਸੁਣਿਆ ਹੋਣਾ। BOI ਤੇ ਬਿਊਰੋ ਆਫ ਇਨਵੈਸਟੀਗੇਸ਼ਨ ਦੇ 4 ਚੀਫਸ, मतलब everything under the sun what the government could do they did, मगर I will be failing in my duties कि जे मैं उन्हां अफसर साहिबानां दा जेड़े DGP तो लैके थल्ले कांस्टेबल तक who have stood by the truth, आपां नूं पता ही है। मैं किसी DGP साहब दा नाम लऊंगा ते एवें उन्हां लई एम्बैरेसिंग होगी, मगर थोनू भी पता है ते मैनू भी पता है कि उन्होंने अपनी DGPशिप छड्डती कि मैं गलत काम नहीं करना। अफसर साहिबाना ने, SSP दे लैवल दे अफसरां ने, सीनियर सुपरिटेंडेंट ऑफ पुलिस जिन्हों सरकार नहीं लाया होवे वो पासे हट गए, मगर साथ दे स्टूड बाय द ट्रूथ। सो उन्हां सारियां दा, चाहे वो कोर्ट्स च जिन्हां ने लड़ाई लड़ी, चाहे ऑफिसर साहबान जिन्हां ने सच नाल खलो के सच्चाई का साथ दिता, और सुभाविक है
ਜਿਨ੍ਹਾਂ ਨੇ ਮੇਰੇ ਲਈ ਅਰਦਾਸਾਂ ਬੇਨਤੀਆਂ ਕੀਤੀਆਂ, ਮੇਰੇ ਹਲਕੇ ਦੇ ਮੇਰੇ ਸਾਰੀ ਮਾਵਾਂ ਭੈਣਾਂ ਨੌਜਵਾਨ ਵੀਰ ਬਜ਼ੁਰਗ ਮਜੀਠਾ ਹਲਕਾ ਮਾਝੇ ਦੇ ਲੋਕ ਪੰਜਾਬ ਦੇ ਲੋਕ ਮੇਰੀ ਸ਼੍ਰੋਮਣੀ ਅਕਾਲੀ ਦਲ ਦੇ ਸਮੁੱਚੀ ਲੀਡਰਸ਼ਿਪ ਯੂਥ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਹੂ ਸਟੂਡ ਲਾਈਕ ਅ ਰੌਕ ਬਿਹਾਈਂਡ ਮੀ। ਅੱਜ ਮੈਂ ਸਾਰਿਆਂ ਦਾ ਤੁਹਾਡਾ ਸਾਰਿਆਂ ਦਾ ਔਰ ਸਪੈਸ਼ਲੀ ਮੀਡੀਆ ਦੇ ਲੋਕਾਂ ਦਾ ਜਿਨ੍ਹਾਂ ਨੇ ਸੱਚਾਈ ਦੀ ਗੱਲ ਨੂੰ ਵੀ ਸਾਹਮਣੇ ਰੱਖਿਆ। ਠੀਕ ਹੈ, ਮੈਂ ਸਮਝਦਾ ਹੁੰਨਾ ਕਿ ਸਰਕਾਰਾਂ ਦਾ ਅੱਜ ਦੇ ਜ਼ਮਾਨੇ 'ਚ ਤਾਂ ਦਬਾਅ ਹੋਰ ਵੱਧ ਗਿਆ, ਐਮਰਜੈਂਸੀ 'ਚ ਵੀ ਰਿਹਾ ਸੀ, ਮਗਰ ਦ truth was kept in front of everybody. So I have just come here today with folded hands, ਹੱਥ ਜੋੜ ਕੇ ਮੈਂ ਤੁਹਾਡੇ ਸਭ ਦਾ ਧੰਨਵਾਦ ਵੀ ਕਰਦਾ ਆਨਰੇਬਲ ਕੋਰਟਸ ਦਾ, ਜੁਡੀਸ਼ੀਅਲ ਪ੍ਰੋਸੈਸ ਦਾ, ਔਰ ਮੈਂ ਹਮੇਸ਼ਾ ਹੀ I have submitted myself to the majesty of the courts, law ਨੂੰ ਹਮੇਸ਼ਾ submit ਰਿਹਾ ਔਰ like every law abiding citizen I have followed the due process always and will always be following the due process। और मैं समझदा कि जो मेरा स्टैंड 2013 च सी 9 साल बीत गए हैं, 9 साल बाद भी अज भी मेरा स्टैंड उही है और सच्चाई की जित हमेशा ही होंदी आई है। ठीक है, सरकारां दे खिलाफ लड़ना कोई सौखा काम नहीं हुंदा, जदों ਮੈਲੀਫਾਈਡ ਇੰਟੈਂਸ਼ਨਸ ਹੋਣ, ਜਦੋਂ ਹਰ ਤਰੀਕੇ ਦਾ ਦਬਾਅ ਹੋਵੇ, ਜਦੋਂ ਮੁੱਖ ਮੰਤਰੀ ਆਪ, ਤੁਸੀਂ ਹੈਰਾਨ ਹੋਵੋਗੇ ਸ਼ਾਇਦ ਤੁਹਾਨੂੰ ਬੈਕਗ੍ਰਾਉਂਡ ਦਾ ਪਤਾ ਨਹੀਂ ਕਿ ਮੇਰੀ ਇਨਵੈਸਟੀਗੇਸ਼ਨ ਕਿਸੇ ਅਫਸਰ ਨੇ ਤਾਂ ਚਲੋ ਕਈਆਂ ਨੇ ਰਿਕਿਊਜ਼ ਕਰਤਾ ਛੱਡਤਾ ਕਿ ਇਹ ਗਲਤ ਕੰਮ ਹੈ। ਹਰ ਮੀਟਿੰਗ 'ਚ ਚੀਫ ਮਿਨਿਸਟਰ ਸਾਹਿਬ ਆਪ, ਚੰਨੀ ਸਾਹਿਬ, ਇਹ ਆਪਣਾ ਸੁਖੀ ਰੰਧਾਵਾ, ਇੱਕ ਉਹ ਨਿੱਕੂ ਐਮਐਲਏ ਲਿਟਲ ਬੋਣਾ ਸਾਡਾ, ਉਹ ਬਾਕੀ ਜਿਹੜੇ ਸੀ ਇਹਨਾਂ ਨੇ ਹਰ ਤਰੀਕੇ ਦੀ ਛੜਯੰਤਰ ਰਚਿਆ ਔਰ ਪੂਰਾ ਚਲੋ ਠੋਕੋਤਾਲੀ ਦੀ ਤਾਂ ਕੱਲ ਦੇ ਫਿਊਜ਼ ਉੱਡੇ ਪਏ ਆ, ਮੈਂ ਵੇਖ ਰਿਹਾ ਸੀ ਉਹਨੂੰ ਜਾ ਕੇ ਮਾੜਾ ਮੋਟਾ ਤਾਂ ਕੋਈ ਮਨਾਉਣ ਦਾ ਬਰਾੜ ਸਾਹਿਬ ਕੰਮ ਕਰਿਓ, ਥੋੜੀ ਸਪੈਸ਼ਲ ਡਿਊਟੀ ਲਾਉਂਦੀ ਆ ਪ੍ਰੈਸ, ਉਹਦੇ ਤਾਂ ਉਹ ਫੁੱਲਾਂ 'ਚੋਂ ਹੀ ਮੈਨੂੰ ਲੱਗਦਾ ਖੁਸ਼ਬੂ ਨਹੀਂ ਆ ਰਹੀ ਸੀ। ਅੱਜ ਕੱਲ੍ਹ ਫੁੱਲਾਂ ਵਾਲੇ ਚੌਲ ਬਹੁਤ ਪਾਉਂਦਾ, ਉਹਨੂੰ ਉਹ 'ਚੋਂ ਖੁਸ਼ਬੂ ਨਹੀਂ ਆ ਰਹੀ ਸੀ। ਚਲੋ ਰੱਬ ਉਹਨੂੰ ਵੀ ਸਮੱਤ ਬਖਸ਼ੇ, ਮੈਂ ਕੀ ਕਹਿਣਾ ਜੀ ਉਹਦਾ। ਇਸ ਲਈ ਇਹ ਸਾਰਿਆਂ ਦੀ, ਜਿੰਨਾ ਤੁਹਾਡੇ ਸਾਰਿਆਂ ਦੀ ਮਿਹਰਬਾਨੀ ਹੋਈ ਆ ਜੀ, ਮੈਂ ਤੁਹਾਡਾ ਸਭ ਦਾ ਸ਼ੁਕਰਗੁਜ਼ਾਰ ਹਾਂ। ਹੱਕ ਸੱਚ ਦੀ ਲੜਾਈ ਹਮੇਸ਼ਾ ਲੜਦੇ ਆਏ ਆ, ਲੜਦੇ ਰਵਾਂਗੇ। ਐਂਡ ਆਈ ਆਲਵੇਜ਼ ਬਿਲੀਵ, ਜਿਵੇਂ ਕੱਲ ਵੀ ਭਾਵੇਂ ਉਹ ਹਰ ਤਰੀਕੇ ਦਾ ਤੁਸੀਂ, ਔਰ ਇੱਥੇ ਤੁਸੀਂ ਆਪ ਹੀ ਜਾਣ ਰਹੇ ਹੋ that look at the level of PIL, ਜਿਵੇਂ PIL ਜਦ ਚੱਲ ਰਹੀ ਸੀ, ਬਹੁਤ ਵੱਡੇ ਵੱਡੇ ਆਲਾ ਵਕੀਲ ਦਿੱਲੀੋਂ ਸਰਕਾਰ ਜਹਾਜ਼ ਤੇ ਲੈ ਕੇ ਆਉਂਦੀ ਸੀ, ਔਰ ਉਹ ਜਦੋਂ PIL 'ਚ ਉਹਨਾਂ ਨੂੰ ਕੋਈ ਰਾਹਤ ਨਹੀਂ ਮਿਲੀ ਤੇ ਉਹਨਾਂ ਨੇ ਕਿਹਾ PIL ਜਾਵੇ ਪਹਾੜ 'ਚ, ਹੁਣ ਸਿੱਧੀ ਹੋ ਲਓ। ਆਪਾਂ ਇਹ ਵੇਖਿਆ ਹੀ ਹੈ, ਬਿਕੋਜ਼ PIL ਦਾ ਇੰਨੇ ਚਿਰ ਦਾ ਰੌਲਾ ਪਾਉਂਦੇ ਪਾਉਂਦੇ PIL ਦੇ ਤੇ ਤਾਂ ਪਾਸ ਹੀ ਨਹੀਂ ਗਏ, ਫਿਰ ਆਪਦੇ ਹੱਥ 'ਚ ਹੀ ਸਾਰਾ ਕਮਾਨ ਲੈ ਲਿਆ ਤੇ ਸਾਰਾ ਕੰਮ ਕਰਨ ਦੀ ਕੋਸ਼ਿਸ਼ ਕੀਤੀ। ਮਗਰ ਫਿਰ ਵੀ ਆਨਰੇਬਲ ਜੱਜ ਸਾਹਿਬ ਨੇ ਸਾਰੇ ਗੱਲਾਂ ਨੂੰ ਸੁਣਦਿਆਂ ਹੋਇਆਂ, ਤੱਥਾਂ ਨੂੰ ਵਿਚਾਰਦਿਆਂ ਹੋਇਆਂ, ਮੈਂ ਫਿਰ ਸਮਝਦਾ ਕਿ ਹੱਕ ਸੱਚ ਦੀ ਜਿੱਤ ਹੋਈ ਹੈ ਔਰ ਗਾਂ ਵੀ ਹੁੰਦੀ ਰਹੂਗੀ, ਮੇਰਾ ਇਹ ਪੂਰਾ ਵਿਸ਼ਵਾਸ ਹੈ। ਐਂਡ 100% ਮਤਲਬ ਮੈਨੂੰ ਹੈਰਾਨਗੀ ਹੋਈ, ਵੇਖੋ ਮੇਰਾ ਕਢਾਤਾ ਲੁੱਕ ਆਊਟ ਨੋਟਿਸ, ਇਹਨਾਂ ਨੂੰ ਇਹ ਨਹੀਂ ਪਤਾ ਮੇਰੇ ਪਾਸਪੋਰਟ 'ਚ ਤਾਂ ਇੱਕ ਵੀ ਵੈਲਿਡ ਵੀਜ਼ਾ ਨਹੀਂ। ਮਤਲਬ ਇਹ ਐਵੇਂ ਡਰਾਮੇ ਤੇ ਡਰਾਮਾ ਰਚੀ ਜਾਂਦੇ ਸੀ ਤੇ ਮੈਂ ਤਾਂ ਕਿਤੇ ਵੀ ਨਹੀਂ ਗਿਆ ਸੀ, ਮੇਰੇ ਪਤਾ ਮੈਂ ਕਿੱਥੇ ਸੀ, ਤੁਸੀਂ ਭਾਵੇਂ ਇਹਨਾਂ ਦੋਵਾਂ ਨੂੰ ਪੁੱਛ ਲੈਂਦੇ, ਰਾਹੂ ਕੇਤੂ ਨੂੰ ਦੋਵਾਂ ਨੂੰ ਪਤਾ ਸੀ ਮੈਂ ਕਿੱਥੇ ਬੈਠਿਆ। ਐਵੇਂ ਤੁਹਾਡੇ ਅੱਖਾਂ 'ਚ ਉੱਥੇ ਪਤਾ ਹੀ ਆ, ਉਹ ਤੇਰੇ ਮਗਰ ਜਿਹੜਾ ਬੰਦਾ ਬੈਠਿਆ ਉਹਨੂੰ ਪੁੱਛ ਲੈ, ਮੇਰੇ ਮੂੰਹੋਂ ਜ਼ਰੂਰੀ ਕਢਾਉਣਾ ਹੈ। ਤੇ ਫਿਰ ਇਹ ਤਾਂ ਨਿਆਣੇ ਜੰਮਦੇ ਨਿਆਣੇ ਨੂੰ ਵੀ ਪਤਾ ਕਿ ਜਦੋਂ ਪਰਚਾ ਦਰਜ ਹੋ ਜੇ ਤੇ ਇਨਵੈਸਟੀਗੇਸ਼ਨ ਹੁੰਦੀ, ਕੋਈ ਮਾੜੀ ਗੱਲ ਤਾਂ ਨਹੀਂ। ਮਗਰ ਇਨਵੈਸਟੀਗੇਸ਼ਨ ਹੁਣ ਚੰਨੀ ਦੇ ਹਿਸਾਬ ਦੀ ਹੋਊਗੀ ਕਿ ਨਹੀਂ ਹੋਊਗੀ, ਇਹ ਸਮਾਂ ਦੱਸੂਗਾ। ਮੈਂ ਪ੍ਰੋਪਰ ਮੈਂ ਤੁਹਾਨੂੰ ਅੱਜ ਦੱਸ ਦਿਆਂ, ਤੁਸੀਂ ਚੰਨੀ ਸਾਹਿਬ ਨੂੰ ਇਹ ਪੁੱਛ ਲਿਓ
ਕਿ ਤੁਸੀਂ PIL ਤੇ ਐਡਾ ਜ਼ੋਰ ਲਾਉਂਦੇ ਸੀ, ਤੁਸੀਂ 3 ਤਾਂ ਐਡਵੋਕੇਟ ਜਨਰਲ ਬਦਲ ਲਏ, ਦਿੱਲੀੋਂ ਤੁਸੀਂ ਸੁਪਰੀਮ ਕੋਰਟ ਦੇ ਲਾਇਰ ਲਿਆਏ, ਫਿਰ PIL ਤੋਂ ਕਿਉਂ ਭੱਜ ਗਏ? ਫਿਰ ਤੁਸੀਂ ਆਫਟਰ ਆਲ ਸਾਰਾ ਕੁਝ ਛਿੱਕੇ ਤੇ ਟੰਗ ਕੇ ਹੁਣ ਆਪਦੇ ਹੱਥ 'ਚ ਹੀ ਲੈ ਲਿਓ, ਕਿਉਂਕਿ ਜੋ ਆਪਾਂ ਕਰਨਾ ਚਾਹੁੰਦੇ ਹੋ ਕੋਰਟ ਨੇ ਨਹੀਂ ਕਰਕੇ ਦੇਣਾ ਸਾਨੂੰ। ਦੈਟਸ ਅ ਫੈਕਟ। ਚਰਚਾ ਚੱਲ ਰਹੀ ਹੈ ਪੰਜਾਬ ਦੇ ਗਗਨਦੀਪ ਜੀ, ਮੇਰੇ ਤੋਂ ਵੱਧ ਤੁਹਾਨੂੰ ਪਤਾ ਹੈ, ਮੈਂ ਤੁਹਾਨੂੰ ਬੜਾ ਫੋਲੋ ਕਰਦਾ, ਤੁਹਾਨੂੰ ਸਭ ਪਤਾ, ਤੁਸੀਂ ਐਵੇਂ ਸਵਾਦ ਨਾਲ ਲਓ। ਅੱਜ ਨਹੀਂ ਮੌਕਾ ਇਹ ਕੰਮ ਦਾ ਹੈ। ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਮਿਲੀ ਭੁਗਤ ਸੀਗੀ ਕਾਂਗਰਸ ਤੇ ਅਕਾਲੀ ਦਲ ਦੀ, ਅਰੈਸਟ ਨਹੀਂ ਹੋਇਆ। ਤੁਸੀਂ ਕਹਿ ਰਹੇ ਰਾਹੁਲ ਕੇਤੂ ਨੂੰ ਪਤਾ ਸੀ, ਮਤਲਬ ਅਰੈਸਟ ਜਾਣਬੁੱਝ ਤੇ ਤੁਹਾਨੂੰ ਕੀ ਲੱਗਦਾ ਕਿ ਹੋਮ ਮਿਨਿਸਟਰ ਤੇ ਇਹਨਾਂ ਨੂੰ ਨਹੀਂ ਪਤਾ? ਸਭ ਪਤਾ ਹੁੰਦਾ ਇਹਨਾਂ ਨੂੰ। ਇਹਦਾ ਮਤਲਬ ਤੁਹਾਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਗਈ, ਉਹ ਜਿਹੜੀਆਂ ਰੇਡਾਂ ਹੁੰਦੀਆਂ ਸੀ। ਤੁਹਾਨੂੰ ਸਭ ਪਤਾ ਹੈ ਜੀ। ਅੱਜ ਨਹੀਂ ਮੈਂ ਦੱਸੂਗਾ, ਕੱਲ ਪਰਸੋਂ ਤੱਕ ਦੱਸ। ਸਾਹਿਬ ਅੱਜ ਜਦੋਂ ਨਵਜੋਤ ਸਿੰਘ ਸਿੱਧੂ ਨੂੰ ਸਵਾਲ ਪੁੱਛਿਆ ਗਿਆ ਤਾਂ ਉਹ ਕਹਿੰਦੇ ਮਾਮਲਾ ਸਬ ਜੁਡੀਸ਼ੀਅਸ ਹੈਗਾ, ਕਹਿੰਦੇ ਮੈਂ ਇਸ ਤੇ ਜਦ ਤੁਸੀਂ ਭੱਜੇ ਹੋਏ ਸੀ ਤਾਂ ਭਾਸ਼ਾ ਹੋਰ ਸੀਗੀ, ਅੱਜ ਕੋਈ ਭਾਸ਼ਾ ਹੋਰ। ਇਸ ਤਰ੍ਹਾਂ ਹੈ, ਜੇ ਮੈਂ ਭੱਜਿਆ ਸੀ ਫਿਰ ਤਾਂ ਸਿੱਧੂ ਵੀ ਭੱਜਿਆ ਸੀ ਜਦੋਂ ਇੱਥੇ ਕੇਸ ਹੋਇਆ ਸੀ, ਕਿਉਂਕਿ ਐਂਟੀਸਪੇਟਰੀ ਬੇਲ ਲੈਣੀ ਤੁਹਾਡਾ ਮੇਰਾ ਸਭ ਦਾ ਕਾਨੂੰਨੀ ਅਧਿਕਾਰ ਹੈ, ਔਰ ਕਾਨੂੰਨੀ ਅਧਿਕਾਰ ਨੂੰ ਕੋਈ ਡਿਊ ਪ੍ਰੋਸੈਸ ਨੂੰ ਫੋਲੋ ਕਰੇ। ਹੁਣ ਉਹਨੂੰ ਤੁਸੀਂ ਜਿਹੜੀ ਮਰਜ਼ੀ ਸ਼ਬਦ ਵਰਤ ਲਓ। ਫਿਰ ਤਾਂ ਮੈਡਮ ਸੋਨੀਆ ਗਾਂਧੀ ਜੀ ਵੀ ਭੱਜੇ ਸੀ, ਫਿਰ ਤਾਂ ਉਹਨਾਂ ਦਾ ਜਿਹੜਾ ਉਹ ਕੀ ਆ ਆਪਣਾ ਉਹ ਰਾਬਰਟ ਵਾਡਰਾ ਉਹ ਵੀ ਭੱਜਿਆ ਸੀ, ਫਿਰ ਚਿਦੰਬਰਮ ਸਾਹਿਬ ਵੀ ਫਿਰ ਭੱਜੇ ਸੀ। ਇਸ ਲਈ ਇਹ ਤਾਂ ਠੀਕ ਹੈ, ਆਪੋਜੀਸ਼ਨ ਦਾ ਕੰਮ ਹੁੰਦਾ ਆਪਦੇ ਮਤਲਬ ਦੀ ਸ਼ਬਦਾਵਲੀ ਵਰਤਣਾ, ਮਗਰ ਮਾਈ ਸਟੈਂਡ ਇਜ਼ ਐਬਸੋਲੂਟਲੀ ਦਾ ਸੇਮ ਐਂਡ ਵੈਰੀ ਕਲੀਅਰ ਕਿ ਇਹ ਕੇਵਲ ਤੇ ਕੇਵਲ ਸੈਟਲਿੰਗ ਆਫ ਪੋਲੀਟੀਕਲ ਸਕੋਰਸ ਹੈ, ਇਹ ਵੈਂਡੇਟਾ ਪੋਲਿਟਿਕਸ ਹੈ, ਇਹ ਸਾਰੇ ਕਾਨੂੰਨਾਂ ਨੂੰ ਛਿੱਕੇ ਤੇ ਟੰਗ ਕੇ ਆਪ ਦਾ ਉੱਲੂ ਸਿੱਧਾ ਕਰਨ ਦੀ ਕੋਸ਼ਿਸ਼ ਹੈ, ਔਰ ਆਪ ਦੀ ਕੁਰਸੀ ਬਚਾਉਣ ਦੀ ਕੋਸ਼ਿਸ਼ ਹੈ। ਔਰ ਲੜਾਈ ਤਾਂ ਕੁਰਸੀ ਦਾ ਹੈ, ਤੁਸੀਂ ਵੇਖ ਹੀ ਲਿਆ ਕਾਂਗਰਸ ਦਾ ਹਾਲ ਕੀ ਹੈ। ਔਰ ਇਟ ਇਜ਼ ਵਨ ਅਪਮੈਨਸ਼ਿਪ ਜਿਹਦੇ ਕਰਕੇ ਪਰਚਾ ਹੋਇਆ ਔਰ ਕੁਝ नहीं होया। आज प्रोसीडिंग में लगे हुए थे तब पीछे से काफी आपके मजीठा इलाके में अमृतसर में कई जो अकाली दल के सपोर्टर्स हैं वो काफी इमोशनल हो गए थे। उन्होंने कहा कि हम मजीठा साहब चाहते हैं कि वो अमृतसर से सिद्धू के खिलाफ चुनाव लड़े ताकि उनको करारा जवाब दिया जा सके। और सुखबीर बादल साहब, सीनियर प्रकाश सिंह बादल साहब, इन सब के सामने उन्होंने बात उठाई। आप इसके लिए एग्री करते हैं, चैलेंज करते हैं सिद्धू को? देखो, मैं गुरु दी साध संगत रब दा रूप है, जो गुरु दी संगत दा हुक्म होगा सिर मत्थे प्रवान है, सिर झुका के प्रवान करूंगा। इसलिए ये कौन की कहंदा सी, ये थोड़े राही खबर आ रही है, मैं आप भी जरा कन्नी सुन ला ते जो हुक्म होगा जी दे मर्जी नाल लड़ा देन। मेरा की है जी, जे सच्चे पातशाह दी कृपा मेहर चाहिदी है, जे चूंटी हाथी नाल लड़ सकदी है ते कुछ हो सकदा। मैं देखो सोशल मीडिया ते लगातार कल तो ये गल चल रही है कि ओ यार एक दिन तां खड़ जो हले साह तां ले लैण दिओ, ਇਹ ਸਮਾਂ ਆਉਣ ਤੇ ਦੱਸ ਦਊਂਗਾ। ਹਾਂਜੀ, आपको लगता है कि कांग्रेस को फायदा? ਅੱਛਾ, ਦੂਜੀ ਗੱਲ ਤੁਸੀਂ ਕਹਿੰਦੇ ਹੋ ਕਿ ਆਪਣਾ ਕੀ ਨਾਮ ਹੈ ਜੀ ਭਗਵੰਤ ਮਾਨ ਸਾਹਿਬ, ਉਹ ਕਹਿੰਦੇ ਜੀ ਕਿ ਮੈਂ ਇਹਨਾਂ ਨਾਲ ਰਲਿਆ ਕਾਂਗਰਸ ਨਾਲ, ਤੇ ਮੇਰੇ ਨਾਲ ਸਭ ਤੋਂ ਵੱਧ ਤਾਂ ਕੇਜਰੀਵਾਲ ਰਲਿਆ। ਇਹਨੇ ਤਾਂ ਦੇ ਦਿੱਤਾ ਸੀ ਅਸਤੀਫਾ, ਤੇ ਹੁਣ ਥੁੱਕ ਚੱਟਣ ਵਾਲੀ ਗੱਲ ਹੀ ਹੋ ਗਈ, ਵਾਪਸ ਕਿਉਂ ਲੈ ਲਿਆ ਅਸਤੀਫਾ? ਜਦੋਂ ਕੇਜਰੀਵਾਲ ਸਾਹਿਬ ਨੇ ਮੇਰਾ ਬੜਾ ਪਿਆਰ ਕੇਜਰੀਵਾਲ ਸਾਹਿਬ ਨਾਲ ਵੀ ਆ। ਔਰ ਮੈਂ ਇੱਕ ਹੋਰ ਗੱਲ ਤੁਹਾਨੂੰ ਦੱਸ ਦਿਆਂ, ਦੇਖੋ, ਆਈ ਵਾਂਟ ਟੂ ਬ੍ਰਿੰਗ ਦਿਸ ਔਨ ਰਿਕਾਰਡ, ਮੈਂ ਕ੍ਰਾਸ ਪਾਰਟੀ ਲਾਈਨ ਕਾਂਗਰਸ ਪਾਰਟੀ ਵੀ, ਬੀਜੇਪੀ ਵੀ, ਆਮ ਆਦਮੀ ਪਾਰਟੀ ਵੀ, ਤੇ ਹੋਰ ਜਿੰਨੀ ਬੀਐਸਪੀ, ਚਲੋ ਤਾਂ ਸਾਡੇ ਅਲਾਇੰਸ ਪਾਰਟਨਰ ਹੈ, ਮਗਰ ਜਿਹੜੇ ਪੋਲੀਟੀਕਲ ਪਾਰਟੀ ਸਾਡੇ ਵਿਰੁੱਧ ਇਲੈਕਸ਼ਨ ਲੜ ਰਹੇ ਆ, ਉਹਨਾਂ ਦੇ ਬਹੁਤ ਸਾਰੇ ਲੀਡਰ ਸਾਹਿਬਾਨਾਂ ਦਾ ਜਦੋਂ ਇਹ ਪਰਚਾ ਦਰਜ ਹੋਇਆ ਫੋਨ ਆਇਆ ਮੇਰੇ ਪਰਿਵਾਰ ਦੇ ਜੀਆਂ ਨੂੰ ਕਿ ਇਹ ਬੇਇਨਸਾਫੀ ਹੈ, ਇਹ ਧੱਕਾ ਹੈ। ਔਰ ਕਈ ਬੰਦੇ ਮੇਰੇ ਘਰ ਵੀ ਹੋ ਕੇ ਗਏ, ਔਰ ਰੂਲਿੰਗ ਪਾਰਟੀ ਦੇ ਕਈ ਲੋਕ,
ਸੀਨੀਅਰ ਮਿਨਿਸਟਰਸ ਤੱਕ। ਸੋ ਮੈਂ ਜਿਨ੍ਹਾਂ ਲੋਕਾਂ ਨੇ ਸੱਚ ਦੇ ਪਿੱਛੇ ਐਡਾ ਵੱਡਾ ਹੰਗਾਰਾ ਦਿੱਤਾ ਹੋਵੇ, ਮੈਂ ਉਹਨਾਂ ਦਾ ਅਹਿਸਾਨ ਕਦੇ ਭੁਲਾ ਨਹੀਂ ਸਕਦਾ। ਮੈਂ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ, ਕਿਉਂਕਿ ਮੈਂ ਬਾਰ-ਬਾਰ ਕਹਿ ਰਿਹਾ ਕਿ ਜੋ ਇਹ ਸਾਰੀ ਸ਼ਰਾਰਤ ਹੋਈ ਸੀ, ਸ਼ਾਇਦ ਇਹ ਸ਼ਰਾਰਤ ਚੋਂ ਤਾਂ ਕੋਈ ਨਿਕਲਣਾ ਹੀ ਮੁਸ਼ਕਿਲ ਹੈ। ਜਦੋਂ ਜਿਨ੍ਹਾਂ ਨੇ ਇਨਸਾਫ ਦੇਣਾ ਉਹ ਤਾਂ ਆਪ ਕਨਸਪੀਰੇਟਰਸ ਇੱਕ ਤਰੀਕੇ ਦੇ ਬਣ ਗਏ। ਇਸ ਲਈ ਮੇਰੇ ਕੋਲ ਯੋਗ ਲਫ਼ਜ਼ ਨਹੀਂ ਮੈਂ ਮੇਰੇ ਤਾਂ ਜਦ ਮੈਂ ਸੋਚਦਾ ਕਿ ਮੈਂ ਹੁਣੇ ਜਦੋਂ ਸਵੇਰੇ ਨਾਡਾ ਸਾਹਿਬ ਨਤਮਸਤਕ ਹੋਇਆ, ਮੈਨੂੰ ਘੱਟੋ ਘੱਟ ਨਹੀਂ ਤੇ 5-7 ਸਾਡੀਆਂ ਮਾਵਾਂ ਨੇ ਆ ਕੇ, ਜਿਨ੍ਹਾਂ ਨੂੰ ਮੈਂ ਕਦੇ ਮਿਲਿਆ ਹੀ ਨਹੀਂ, ਮੈਂ ਜਾਣਦਾ ਹੀ ਨਹੀਂ, ਦੇ ਹਗਡ ਮੀ ਐਂਡ ਲਿਟਰਲੀ ਸਟਾਰਟਡ ਕ੍ਰਾਈਂਗ। ਇੱਕ ਬਜ਼ੁਰਗ ਜਦ ਮੈਂ ਮੱਥਾ ਟੇਕ ਰਿਹਾ ਸੀ, ਕਿਉਂਕਿ ਹੀ ਡਿਡਨਟ ਰਿਅਲਾਈਜ਼ ਕਿ ਮੈਂ ਮੱਥਾ ਟੇਕ ਰਿਹਾ, ਉਹਨੇ ਪਿੱਛੇ ਪੁੱਛਿਆ ਕਿ ਇਹ ਕੌਣ ਹੈ। ਉਹਨੇ ਕਿਹਾ ਮਜੀਠੀਆ। ਉੱਠ ਕੇ ਉਹਨੇ ਘੁੱਟ ਕੇ ਮੈਨੂੰ ਜੱਫੀ ਪਾ ਲਈ, ਮੈਨੂੰ ਮੱਥਾ ਨਹੀਂ ਟੇਕਣ ਦਿੱਤਾ, ਕਹਿੰਦਾ ਇੰਨੀ ਖੁਸ਼ੀ ਹੈ ਸਾਨੂੰ। ਇਸ ਲਈ ਇਟਸ ਆਈ ਐਮ ਸਪੀਚਲੈਸ। ਮੇਰੇ ਕੋਲ ਲਫ਼ਜ਼ ਨਹੀਂ ਕਿ ਮੈਂ ਜਿਨ੍ਹਾਂ ਉਹਨਾਂ ਲੋਕਾਂ ਦਾ ਧੰਨਵਾਦ ਕਰ ਸਕਾਂ ਜਿਨ੍ਹਾਂ ਦੀ ਅੱਜ ਅਰਦਾਸਾਂ ਬੇਨਤੀਆਂ ਕਰਕੇ ਮੈਂ ਇੱਥੇ ਖਲੋਤਾ। ਪਾਰਟੀ ਦੇ ਸਟਾਰ ਕੰਪੇਨਰ ਵੀ ਹੋ ਔਰ ਮੇਨ ਪਲੈਨਰ ਵੀ ਹੋ, ਤੁਹਾਨੂੰ ਲੱਗਦਾ ਤੁਹਾਡੇ ਨਾਲ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਟਰੈਪ ਕਰਨ ਦੀ ਕੋਸ਼ਿਸ਼ ਕੀਤੀ ਗਈ ਵੀ? ਨਾ ਤਾਂ ਮੈਂ ਸਟਾਰ ਕੰਪੇਨਰ ਆ, ਨਾ ਮੈਂ ਪਲੈਨਰ ਆ। ਆਪਣਾ ਤਾਂ ਲੱਲੂ ਕਰੇ ਕਵੱਲੀ, ਰੱਬ ਸਿੱਧੀਆਂ ਪਾਵੇ। ਸਾਡੇ ਵਰਗਾ ਨਿਮਾਣਾ ਨਾ ਚੀਜ਼ ਲੱਲੂ ਇਨਸਾਨ ਨਹੀਂ ਲੱਭਣਾ। ਇਹ ਤਾਂ ਰੱਬ ਹੀ ਮਿਹਰ ਰੱਖਦਾ ਕਿ ਸਾਡੇ ਤੋਂ ਮਤਲਬ ਸਭ ਕੁਝ ਰੱਬ ਆਪੇ ਪਾਰ ਲੰਘਾ ਦਿੰਦਾ। ਸਾਡਾ ਬੇੜਾ ਬੰਨੇ ਪਾਰ ਲਾਉਣ ਵਾਲਾ ਉਹ ਮਾਲਕ ਹੈ। ਉਸ ਮਾਲਕ ਨੂੰ ਸਦਾ ਹੀ ਮੈਂ ਧੰਨਵਾਦੀ ਆ ਚੰਨੀ ਸਾਹਿਬ ਦਾ। ਤੇ ਮੈਨੂੰ ਜਿੰਨਾ ਸਮਾਂ ਨਿਤਨੇਮ ਕਰਨ ਦਾ ਨਹੀਂ ਮਿਲਦਾ ਸੀ ਨਾ, ਇੰਨਾ ਨਜ਼ਾਰਾ ਇਹਨਾਂ ਨੇ ਬੰਨਤਾ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਖੁੱਲਾ ਟਾਈਮ ਮਿਲਿਆ। ਕਿਉਂਕਿ ਕੋਈ ਨਾ ਤੁਸੀਂ ਕੋਈ ਫੋਨ ਕਰਦਾ ਸੀ, ਬਰਾੜ ਸਾਹਿਬ ਤਾਂ ਬਿਲਕੁਲ ਹੀ ਨਹੀਂ ਨਾ ਕਰਦੇ ਸੀ। ਬਰਾੜ ਸਾਹਿਬ ਤਾਂ ਦੂਜਾ ਇੰਟਰਵਿਊ ਕਰਕੇ ਸਵਾਦ ਲੈਂਦੇ ਸੀ, ਮਤਲਬ ਕੋਈ ਪਰੇਸ਼ਾਨੀ ਨਹੀਂ ਸੀ। ਇਸ ਲਈ ਹਰ ਚੀਜ਼ 'ਚ ਹੀ ਆਪ ਦਾ ਕੋਈ ਇੱਕ ਵਾਰੀ ਕੋਈ ਨਾ ਕੋਈ ਰੰਗ ਨਿਕਲ ਕੇ ਆ ਜਾਂਦਾ। ਇਸ ਲਈ ਰੱਬ ਨਾਲ ਜੁੜਨ ਦਾ ਮੌਕਾ ਮਿਲ ਗਿਆ ਔਰ ਹਰ ਚੀਜ਼ ਉਹਨੇ ਮਾਲਕ ਨੇ ਦੇਣੀ ਆ। ਸੋ ਆਪਕੀ ਗੈਰ ਹਾਜ਼ਰੀ ਵਿੱਚ ਜਾ ਰਿਹਾ ਸੀ, ਜਦੋਂ ਤੁਹਾਡੇ ਤੇ ਮੁਕੱਦਮਾ ਦਰਜ ਕਰਨਗੇ ਜਾਂ ਤੁਹਾਨੂੰ ਗ੍ਰਿਫਤਾਰੀ ਦੀ ਕੋਸ਼ਿਸ਼ ਕਰਨਗੇ ਤਾਂ ਪੰਜਾਬ ਦੇ ਵਿੱਚ ਪੂਰਾ ਜਨਜੀਵਨ ਪ੍ਰਭਾਵਿਤ ਠੱਪ ਕਰ ਦੇਣਗੇ। ਪਰ ਯੂਥ ਅਕਾਲੀ ਦਲ ਕੱਲਾ ਪ੍ਰੋਟੈਸਟ ਕਰਿਆ ਤੇ ਵੱਡੇ ਅਕਾਲੀ ਦਲ ਨੇ ਕੋਈ ਵੀ ਇਸ ਤਰ੍ਹਾਂ ਦਾ ਜਿਹੜਾ ਐਕਸ਼ਨ ਕਿਉਂ ਨਹੀਂ ਕੀਤਾ? ਕਿਉਂਕਿ ਮੇਰੀ ਆਪ ਇਹ ਰਿਕੁਐਸਟ ਸੀ ਜੀ। ਸ਼੍ਰੋਮਣੀ ਅਕਾਲੀ ਦਲ ਨੇ ਪਹਿਲੇ ਦਿਨ ਸਾਰੀ ਲੀਡਰਸ਼ਿਪ ਨੇ ਔਰ ਜਦੋਂ ਡਿਸਟ੍ਰਿਕਟ ਵਾਈਜ਼ ਪ੍ਰੋਟੈਸਟ ਹੋਏ ਆ ਸਾਰਿਆਂ ਨੇ ਬਹੁਤ, ਮੇਰੇ ਕੋਲ ਯੋਗ ਲਫ਼ਜ਼ ਨਹੀਂ, ਸਾਰੇ ਐਮਐਲਏ ਸਾਹਿਬਾਨਾਂ ਨੇ, ਸਾਰੀ ਲੀਡਰਸ਼ਿਪ ਨੇ ਬਹੁਤ ਵੱਡੀ ਮੇਰੇ ਨਾਲ ਢਾਲ ਬਣ ਕੇ ਵੀ ਖਲੋਤੇ ਤੇ ਹਮਦਰਦੀ ਵੀ ਦਿੱਤੀ ਤੇ ਹੌਸਲਾ ਅਫਜ਼ਾਈ ਵੀ ਕੀਤੀ। ਮਗਰ ਮੇਰੀ ਉਹਨਾਂ ਤੋਂ ਬਾਅਦ ਮੈਂ ਰਿਕੁਐਸਟ ਭੇਜੀ ਕਿ ਆਪੋਜੀਸ਼ਨ ਪਾਰਟੀਜ਼ ਇਸ਼ੂ ਨੂੰ ਸਾਈਡ ਸਟੈਪ ਕਰਨਾ ਚਾਹੁੰਦੀ ਆ। ਆਪਣੇ ਮੁੱਦੇ ਪੰਜਾਬ ਦੇ ਆ, ਗੁਰੂ ਦੀ ਬਖਸ਼ਿਸ਼ ਨਾਲ, ਸੰਗਤ ਦੇ ਪਿਆਰ ਨਾਲ ਮੈਂ ਆਪ ਦੀ ਲੜਾਈ ਆਪ ਲੜ ਲੂੰ। ਇਹ ਰਾਹੂ ਕੇਤੂ ਨੂੰ ਮੈਂ ਆਪ ਨਜਿੱਠ ਲੂੰ, ਠੋਕੋ ਤਾਲੀ ਨੂੰ ਬੰਦੇ ਦਾ ਪੁੱਤ ਮੈਂ ਆਪ ਬਣਾ ਲੂੰ, ਭਗਵੰਤ ਸਿੰਘ ਦੇ ਮੁੰਡੇ ਨੂੰ ਡੋਂਟ ਵਰੀ। ਵਿਕਰਮ ਜੀ ਤੁਸੀਂ ਕਾਂਗਰਸ ਨੂੰ ਇਹਦੇ 'ਚ ਫਾਇਦਾ ਹੋਏਗਾ ਕਿ ਨੁਕਸਾਨ ਹੋਏਗਾ? ਜੇਕਰ ਅਕਾਲੀ ਦਲ ਦੀ ਸਰਕਾਰ ਆਉਂਦੀ ਆ, ਕੀ ਕਾਰਵਾਈ ਕਰੋਗੇ ਉਹਨਾਂ ਦੀ? ਵੀ ਯਾਰ ਤੁਸੀਂ ਖੜਤਾ ਜਾਓ। ਕਾਂਗਰਸ ਨੂੰ ਇਹਦਾ ਪੋਲੀਟੀਕਲੀ ਫਾਇਦਾ ਹੋਏਗਾ? ਕਦੇ ਫਿਲਮ ਵੇਖਣ ਜਾਈਦਾ ਨਾ, ਮਾੜਾ ਜਿਹਾ ਟ੍ਰੇਲਰ ਵਿਖਾਉਂਦੇ ਆ, ਬਾਕੀ ਹਾਲੇ ਤਾਂ ਪਾਰਟੀ ਸ਼ੁਰੂ ਹੋਈ ਆ। ਮਜੀਠੀਆ ਸਾਹਿਬ, ਕਾਂਗਰਸ ਨੂੰ ਪੋਲੀਟੀਕਲੀ ਫਾਇਦਾ ਹੋਏਗਾ ਨੁਕਸਾਨ ਹੋਏਗਾ? ਕਿਹਦਾ ਜੀ? ਜਿਹੜਾ ਤੁਹਾਡੇ ਉੱਤੇ ਕੇਸ ਪਾਇਆ ਔਰ ਉਹਨਾਂ ਨੇ ਵਾਵਾ ਕਦੇ ਅਸੀਂ ਹਟ ਲਈ। ਮੇਰਾ ਤਾਂ ਪਤਾ ਨਹੀਂ ਜੀ, ਮੈਨੂੰ ਤਾਂ ਕੀ ਪਤਾ ਜੀ, ਮੈਂ ਅੰਤਰਜਾਮੀ ਤਾਂ ਹੈ ਨਹੀਂ। ਮਗਰ ਮੇਰਾ ਤਾਂ ਭਲਾ ਕਰਤਾ, ਜਦ ਮੈਨੂੰ ਨਾਂ ਜਪਣ ਦਾ ਮੌਕਾ ਦੇ ਦਿੱਤਾ ਤੇ ਮੇਰਾ ਤਾਂ ਭਲਾ ਹੀ ਕਰਤਾ। ਮੇਰਾ ਤਾਂ ਕੋਟਨ ਕੋਟ ਧੰਨਵਾਦ ਹੈ ਇਹਨਾਂ ਦਾ। ਭਗਵੰਤ ਮਾਨ ਕਹਿੰਦਾ ਹੈ ਕਿ ਵਿਕਰਮ ਸਿੰਘ ਮਜੀਠੀਆ ਜਾਂ ਅਕਾਲੀ ਦਲ ਇੰਨੀ ਖੁਸ਼ੀ ਨਾ ਮਨਾਵੇ, ਇਹ ਕੇਸ ਹਲੇ ਰੱਦ ਨਹੀਂ ਹੋਇਆ, ਸਿਰਫ ਜ਼ਮਾਨਤ ਮਿਲੀ ਆ, ਉਹ ਵੀ ਸ਼ਰਤਾਂ ਤੇ ਮਿਲੀ। ਭਗਵੰਤ ਮਾਨ 8 PM ਤੋਂ ਪਹਿਲਾਂ ਕਹਿੰਦਾ ਸੀ ਕਿ 8 PM ਤੋਂ ਬਾਅਦ ਨਹੀਂ, ਦਿਨੇ ਕੀ ਰਾਤੀ ਨਹੀਂ, ਮੇਰਾ ਵੀ ਦਿਨੇ ਕੀ ਰਾਤੀ ਦਿਨੇ। ਤੇ ਮਾੜਾ ਜਿਹਾ ਉਹ ਟੈਸਟ ਲਿਆ ਸੀਗਾ, ਉਹ ਜਿਵੇਂ ਪੁਲਿਸ ਲੈਂਦੀ ਹੁੰਦੀ ਆ। ਠੀਕ ਆ, ਚਲੋ ਭਗਵੰਤ ਮਾਨ ਜੀ ਨੂੰ ਮੈਂ ਕਹੂੰਗਾ ਮੇਰਾ ਫਿਕਰ ਨਾ ਕਰਨ, ਉਹ ਆਪ ਦਾ ਫੈਸਲਾ ਕਰਾ ਲੈਣ ਕੁਰਸੀ ਦਾ। ਉਹਨਾਂ ਨੂੰ ਐਲਾਨ ਰਹੇ ਕਿ ਨਹੀਂ ਐਲਾਨ ਰਹੇ ਕੇਜਰੀਵਾਲ ਸਾਹਿਬ? ਜੇ ਸਿਰਫ
ਆਮ ਆਦਮੀ ਪਾਰਟੀ ਵਾਹਦ ਇਦਾਂ ਦੀ ਹੋਗੀ ਜਿਹੜਾ ਸੀਐਮ ਜਿਹੜਾ ਅਨਾਉਂਸ ਕਰਕੇ ਲੜੇਗੀ, ਬਾਕੀ ਸਾਰਿਆਂ ਦਾ ਕਿਸੇ ਦਾ ਨਹੀਂ। ਚਲੋ ਜੇ ਕੇਜਰੀਵਾਲ ਸਾਹਿਬ ਉਹਨਾਂ ਦਾ ਫੈਸਲਾ ਨਹੀਂ ਕਰਦੇ ਤੇ ਮੈਨੂੰ ਰਿਕਵੈਸਟ ਕਰ ਦੇਣ, ਮੇਰੇ ਬੜੇ ਪਿਆਰੇ ਸੰਬੰਧ ਨੇ, ਮੈਂ ਵੀ ਆਈ ਕੈਨ ਪੁੱਟ ਹਿਮ ਅ ਵਰਡ ਫॉर ਹਿਮ। ਇਹਦਾ ਤਰਲੋ ਮੱਛੀ ਨਾ ਹੋਣ, ਮਜੀਠੀਏ ਦਾ ਫਿਕਰ ਘੱਟ ਤੇ ਆਪਣਾ ਫਿਕਰ ਵੱਧ ਕਰ। ਮਜੀਠੇ ਜੀ ਹਾਂਜੀ ਹਾਂਜੀ ਤਰਲੋਚਨ ਜੀ, ਹਾਂਜੀ ਸੌਰੀ ਜੀ, ਸੌਰੀ, ਇਸ ਤੋਂ ਬਾਅਦ ਪੁੱਛ ਲਿਓ। ਸੌਰੀ ਸਰਕਾਰ ਨੇ ਸਾਜ਼ਿਸ਼ ਘੜੀ ਹੈ, ਰੰਧਾਵਾ ਸਾਹਿਬ ਦਾ ਨਾਮ ਦਾ, ਚੰਨੀ ਸਾਹਿਬ ਨਾਮ ਦਾ, ਨਵਜੋਤ ਸਿੱਧੂ ਨਾਮ ਦਾ, ਇਹ ਸਾਰੇ ਇਹਨੂੰ ਸੂਤਰਧਾਰ ਮੰਨਦੇ ਨੇ ਵੀ ਜਿਹਨੇ ਇਹ ਮਿੱਥਿਆ ਸੀ ਵੀ ਵਿਕਰਮ ਮਜੀਠੀਆ ਉਹਨਾਂ ਨੂੰ ਪਰੇਸ਼ਾਨ ਕਰਨਾ। ਸੋ ਤਰਲੋਚਨ ਜੀ, ਮੈਂ ਨਾ ਜੇ ਕਿਸੇ ਅਫਸਰ ਦਾ ਨਾਂ ਲਵਾਂ, ਮੈਂ ਸਮਝਦਾ ਕਿ ਕਿਤੇ ਨਾ ਆਏ ਮੇਰੇ ਤੋਂ ਕੋਈ ਇਹ ਜੀ ਗਲਤੀ ਨਾ ਹੋ ਜਾਏ ਕਿ ਕੱਲ ਉਹਨੂੰ ਕੋਈ ਖਾਮਿਆਜਾ ਭੁਗਤਣਾ ਪਵੇ। ਮਗਰ ਤੁਹਾਨੂੰ ਵੀ ਪਤਾ ਹੈ ਕਿ ਕਿਹੜੇ ਆਪਦੀ ਪੋਸਟ ਛੱਡ ਕੇ ਭੱਜ ਗਏ। ਜ਼ਿਲ੍ਹੇ ਵਾਈਜ਼ ਭੱਜ ਨਹੀਂ ਗਏ, ਦੇ ਰਿਕਿਊਜ਼ ਦੈਮਸੈਲਫ, ਔਰ ਬਹਿਸ ਹੁੰਦੀ ਸੀ। ਕੈਨ ਯੂ ਇਮੇਜਿਨ ਕਿ ਸੀਐਮ ਬੈਠਿਆ ਹੋਵੇ ਔਰ ਇਹ ਬਹਿਸ ਹੋਵੇ ਕਿ ਪਰਚਾ ਦੇਣਾ ਹੀ ਦੇਣਾ, ਔਰ ਅਫਸਰ ਕਹਿੰਦੇ ਸੀ ਜੀ ਸਾਡੇ ਤੋਂ ਸਹੀ ਕੰਮ ਕਰਾ ਰੋ, ਗਲਤ ਕੰਮ ਨਹੀਂ ਹੋਣਾ। ਫਿਰ ਸੀਐਮ ਉਹਨਾਂ ਨੂੰ ਥ੍ਰੈਟ ਕਰੇ, ਸੀਐਮ ਤੇ ਡਿਪਟੀ ਸੀਐਮ, ਜਦ ਥ੍ਰੈਟ ਨਾ ਚੱਲੇ ਫਿਰ ਉਹਨਾਂ ਨੂੰ ਅਲਿਓਰ ਕਰੇ ਕਿ ਮੈਂ ਤੁਹਾਨੂੰ ਪ੍ਰਮੋਟ ਕਰ ਦੂੰ ਜਾਂ ਤੁਹਾਡਾ ਭਲਾ ਕਰ ਦੂੰ। ਜਦ ਉਹ ਕੰਮ ਨਾ ਚੱਲੇ ਤਾਂ ਫਿਰ ਕਵੇ ਮੈਂ, ਮਤਲਬ ਇਹ ਕੰਮ ਵੀ ਮੈਨੂੰ ਇੱਕ ਅਫਸਰ ਨੇ ਕਿਹਾ ਦੈਟ ਵੀ ਵਰ ਆਫਰਡ ਮਨੀ, ਕਰੋੜਾਂ ਰੁਪਈਆ ਦੀ ਆਫਰ ਹੋ ਗਈ। ਉਹ ਕਹਿੰਦੇ ਜੀ ਕਿੰਨੇ ਚੀਜ਼ਾਂ ਨਹੀਂ ਚਾਹੀਦੀਆਂ, ਸਹੀ ਕੰਮ ਕਰਾਂਗੇ, ਸਹੀ ਦੇ ਦਿਓ ਤੇ ਸਵੇਰੇ ਪਰਚਾ ਦੇ ਦਿਆਂਗੇ, ਮਗਰ ਗਲਤ ਕਾ ਪਰਚਾ ਨਹੀਂ ਦਵਾਂਗਾ, ਸਾਨੂੰ ਬਦਲੀ ਕਰ ਦਿਓ। ਔਰ ਤੁਹਾਡੇ ਸਾਹਮਣੇ ਕਈ ਬਦਲੀਆਂ ਹੋ ਗਈਆਂ। ਤੁਸੀਂ ਇੱਕ ਗੱਲ ਵੇਖੋ, ਇਹ ਜਿਹੜੇ ਮਤਲਬ ਇਹ ਵੀ ਇੱਕ ਮੈਨੂੰ ਲੱਗਦਾ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਹੀ ਹੈ। ਆ ਜਿਹੜੇ ਚੱਟੋਪਾਧਿਆ ਸਾਹਿਬ ਹੈ, ਇਹ 18 ਤਰੀਕ ਨੂੰ 18 ਦੀ ਰਾਤ 19 ਨੂੰ ਲੱਗੇ ਆ ਤੇ ਕਿੰਨੀ ਤਰੀਕ ਨੂੰ ਲੱਥ ਗਏ? 8 ਤਰੀਕ ਨੂੰ ਲੱਥ ਗਏ। ਮਤਲਬ ਪੂਰੇ 20-22 ਦਿਨ ਵੀ ਨਹੀਂ ਕੱਢੇ, ਔਰ 20-22 ਦਿਨਾਂ 'ਚ ਵੇਖੋ ਕੀ ਕੁਝ ਪੰਜਾਬ ਦਾ ਨੁਕਸਾਨ ਕਰ ਗਏ। ਕੋਈ ਵੀ ਲਾਅ ਅਬਾਈਡਿੰਗ ਜਿਹਨੇ, ਦੇਖੋ ਜੀ ਆਫਟਰ ਆਲ ਡੀਜੀਪੀ ਇਜ਼ ਅ ਵੈਰੀ ਇੰਪੋਰਟੈਂਟ ਪੋਸਟ ਜੀ, ਮਤਲਬ ਉਹਨੇ ਇਨਸਾਫ ਦੇਣਾ ਲੋਕਾਂ ਨੂੰ। ਮੇਰੀ ਗੱਲ ਛੱਡ ਦਿਓ, ਮੇਰੇ ਨਾਲ ਤਾਂ ਬਾਦਲ ਪਰਿਵਾਰ ਨਾਲ ਤਾਂ ਉਹਨਾਂ ਦੀ ਪੁਰਾਣੀਆਂ ਰੰਜਿਸ਼ਾਂ ਨੇ। ਲੁਧਿਆਣੇ ਦਾ ਬੰਬ ਬਲਾਸਟ ਹੋਇਆ, ਸੀਐਮ ਸਾਹਿਬ ਦਾ ਬਿਆਨ ਵੇਖੋ ਕੀ ਆ ਰਿਹਾ, ਕਹਿੰਦਾ ਜੀ ਉੱਥੇ ਉਹਦੀ ਸੁਣਵਾਈ ਚੱਲ ਰਹੀ ਹੈ ਤਾਂ ਇੱਥੇ ਬਲਾਸਟ ਹੋ ਰਿਹਾ। ਮਤਲਬ ਕਿ ਜੱਜ ਸਾਹਿਬਾਨਾਂ ਦੀ, ਵਕੀਲ ਸਾਹਿਬਾਨਾਂ ਦੀ ਸਿਕਿਉਰਿਟੀ is being compromised। ਮਤਲਬ ਇਹ ਤੋਂ ਸਟੂਪਿਡ ਸਟੇਟਮੈਂਟ, ਇਹ ਤੋਂ ਮਤਲਬ ਕਮਜ਼ੋਰ ਸਟੇਟਮੈਂਟ, ਕੋਈ ਮਤਲਬ ਬੇਸਮਝ ਵਾਲੀ ਸਟੇਟਮੈਂਟ ਹੋ ਨਹੀਂ ਸਕਦੀ ਸੀ, ਮਗਰ ਉਹ ਸਟੇਟਮੈਂਟ ਵੀ ਹੋਈਆਂ। ਫਿਰ ਜਿਹੜਾ ਡੀਜੀਪੀ ਮੈਨੂੰ ਇਨ ਮਾਈ 45 years ਮੈਂ ਤਾਂ ਕਦੇ ਨਹੀਂ ਵੇਖਿਆ ਕਿ ਪ੍ਰਾਈਮ ਮਿਨਿਸਟਰ ਦੀ ਸਿਕਿਉਰਿਟੀ ਇਸ ਤਰ੍ਹਾਂ ਕੰਪਰੋਮਾਈਜ਼ ਹੋਈ ਹੈ। ਔਰ ਤੁਸੀਂ ਕੀ ਸਮਝਦੇ ਹੋ ਕਿ ਕੰਪਰੋਮਾਈਜ਼ ਐਵੇਂ ਹੋਗੀ? ਜੇ ਅੱਜ ਤੱਕ ਕਿੰਨੇ ਡੀਜੀਪੀਜ਼ ਆਏ ਆ ਗਏ ਆ ਤਰਲੋਚਨ ਦੀ, ਤੁਸੀਂ ਮੇਰੇ ਤੋਂ ਬਿਹਤਰ, ਕਿਉਂਕਿ ਯੂ ਆਰ ਵਨ ਆਫ ਦਾ ਸੀਨੀਅਰ ਮੋਸਟ ਹੀਅਰ, ਕਦੇ ਇਹ ਕੰਮ ਨਹੀਂ ਹੋਇਆ ਜੋ ਨਰਿੰਦਰ ਮੋਦੀ ਜੀ ਨਾਲ, ਪ੍ਰਾਈਮ ਮਿਨਿਸਟਰ ਨਾਲ, ਬਿਕੋਜ਼ ਇਟਸ ਨਾਟ ਓਨਲੀ ਅਬਾਊਟ ਨਰਿੰਦਰ ਮੋਦੀ, ਇਟਸ ਅਬਾਊਟ ਅ constitutional post, the most highly protected person। ਜੇ ਉਹ ਉਹਨਾਂ ਦੀ ਹਾਮ ਰਸਤੇ 'ਚ ਉਹਨਾਂ ਨੂੰ ਹਾਮ ਕਰਵਾ ਸਕਦੇ ਆ, ਮੈਂ ਤਾਂ ਇਹੀ ਕਹੂੰਗਾ ਕਿ ਕਾਂਗਰਸ ਨਾਲ ਮਿਲ ਕੇ, ਕਿਉਂਕਿ ਇਹ ਫੈਕਟ ਹੈ, ਪ੍ਰਾਈਮ ਮਿਨਿਸਟਰ ਜੇ ਚੀਫ ਮਿਨਿਸਟਰ ਜਾਂਦਾ ਉਹਦਾ ਰਸਤਾ ਤਾਂ ਕੋਈ ਰੋਕਦਾ ਨਹੀਂ, ਉਹਦਾ ਤਾਂ ਡਿਵਰਟ ਕਰਕੇ ਲੈ ਜਾਂਦੇ ਆ। ਪੀਪੀਸੀਸੀ ਦਾ ਪ੍ਰਧਾਨ ਜਾਂਦਾ ਉਹਦੇ ਲਈ ਵੀ ਡਾਇਵਰਜਨ ਹੋ ਜਾਂਦੀ ਹੈ, ਮਗਰ ਪ੍ਰਾਈਮ ਮਿਨਿਸਟਰ ਲਈ ਕੋਈ ਉਸ ਦਿਨ ਡਿਵਰਜਨ ਨਹੀਂ ਲੱਭੀ। ਤੁਸੀਂ ਕੀ ਸਮਝਦੇ ਹੋ ਕਿ ਇਹ ਐਵੇਂ ਹੋ ਗਿਆ? ਇਟ ਵਾਸ ਵੈਲ ਪਲਾਨਡ ਟੂ ਐਮਬੈਰਸ ਦਾ ਬੀਜੇਪੀ ਐਂਡ ਦਾ ਐਂਟਾਇਰ ਸਿਸਟਮ। ਔਰ ਇਹ ਸਾਰਾ ਛਡਯੰਤਰ ਕੌਣ ਰਚ ਰਿਹਾ? ਚੱਟੋਪਾਧਿਆ, ਚੰਨੀ, ਸੁਖੀ, ਰੰਧਾਵਾ ਐਂਡ ਕਾਂਗਰਸ ਪਾਰਟੀ ਠੋਕੋਤਾਲੀ। ਤਦੇ ਤਾਂ ਜਾ ਕੇ ਸੁਪਰੀਮ ਕੋਰਟ 'ਚ ਉਹਨਾਂ ਨੂੰ ਪ੍ਰੋਟੈਕਟ ਕਰ ਰਿਹਾ। ਨਹੀਂ ਤਾਂ ਦੇਖੋ ਏਡੀ ਵੱਡੀ ਚੂਕ ਹੋਈ ਹੈ, ਕੱਲ ਕੋਈ ਵੀ ਮੁੱਖ ਮੰਤਰੀ ਹੋ ਸਕਦਾ, ਕੱਲ ਕੋਈ ਵੀ ਪ੍ਰਧਾਨ ਮੰਤਰੀ ਹੋ ਸਕਦਾ, ਤੁਸੀਂ ਲੈਟ ਦ ਕੋਰਟ ਡਿਸਾਈਡ। ਮਗਰ ਏਡੀ ਜਾ ਕੇ ਤਰਫਦਾਰੀ ਕਰਨੀ ਉੱਥੇ, ਇੱਥੋਂ ਹੀ ਸਪਸ਼ਟ ਹੋ ਗਿਆ ਸੀ, ਕਿਉਂਕਿ ਜੇ ਇਨਕੁਆਇਰੀ ਹੋ ਗਈ ਤੇ ਸਾਰੇ ਕੰਮ ਦੇ ਪਿੱਛੇ ਕਿਹਦਾ ਹੱਥ ਸੀ, ਕਿਵੇਂ ਪਲੈਨਿੰਗ ਹੋਈ ਸੀ, ਸਾਰੇ ਨੰਗੇ ਹੋ ਜਾਣੇ। ਸੋ ਜਿਹੜਾ ਅਫਸਰ ਪ੍ਰਾਈਮ ਮਿਨਿਸਟਰ ਦੀ ਅਸੈਸੀਨੇਸ਼ਨ ਇੱਕ ਤਰੀਕੇ ਦੀ ਕਰਵਾਉਣ 'ਚ ਵੀ
ਕੋਈ ਨਾ ਕੋਈ ਉਹ ਕੁਝ ਕਰ ਸਕਦੇ ਆ ਜੀ, ਉਹ ਕੁਝ ਕਰ ਸਕਦੇ ਆ, ਮਗਰ ਚਲੋ ਉਹ ਵੀ ਪ੍ਰਮਾਤਮਾ ਦੀ ਕਿਰਪਾ ਹੋਈ ਕਿ ਤੁਹਾਡੇ ਸਾਹਮਣੇ ਆ ਕੋਰਟ ਚੰਨੀ ਸਾਹਿਬ ਨੇ ਆਪ ਹੀ ਬਦਲਤੇ। ਚੰਨੀ ਸਾਹਿਬ ਨੇ ਆਪ ਦੇ ਡਰ ਕਰਕੇ ਬਦਲਿਆ, ਹੋਰ ਕੁਝ ਨਹੀਂ। ਇੱਕ ਦਿਨ ਪਹਿਲਾਂ ਅਖਬਾਰਾਂ ਕਹਿ ਰਹੀਆਂ ਸੀ ਅਸੀਂ ਸਟੈਂਡ ਲਵਾਂਗੇ ਸੁਪਰੀਮ ਕੋਰਟ 'ਚ, ਦੂਜੇ ਦਿਨ ਤਾਂ ਵਿਜੀਲੈਂਸ ਦੀ ਕੁਰਸੀ ਵੀ ਜਾਂਦੀ ਰਹੀ, ਔਰ ਚੌਥੇ ਦਿਨ ਉਹਨਾਂ ਨੇ ਕਹਿਤਾ ਕਿ ਆ ਜਿਹੜੇ 47 ਡੀਐਸਪੀ ਬਦਲੇ ਮੇਰੀ ਘੁੱਗੀ ਨਹੀਂ। ਤੁਸੀਂ ਮੈਨੂੰ ਆਈ ਹੈਵ ਨਾਟ ਹਰਡ ਕਿ ਕੋਈ ਡੀਐਸਪੀ 47 ਡੀਐਸਪੀ ਬਦਲ ਜਾਣ ਤੇ ਇੱਕ ਡੀਜੀਪੀ ਕਵੇ ਕਿ ਮੈਂ ਤੇ ਮੇਰੇ ਸਾਈਨ ਹੀ ਨਹੀਂ। ਅੱਜ ਤੱਕ ਕੋਈ ਕਾਰਵਾਈ, ਕੋਈ ਇਨਕੁਆਇਰੀ। ਸੋ ਇਨ ਦੀ ਸਟੇਟ ਆਫ ਅਫੇयर्स मतलब जो कुछ भी हो सकता है बॉर्डर स्टेट। नहीं, थैंक यू। आप मानते हैं साजिश थी प्रधानमंत्री के खिलाफ जो जिस तरीके से ये पूरा इंसिडेंट हुआ, पूरी 100%। अगर मैनू एक मैं लास्ट गल कहूँगा क्योंकि अज ये मौका नहीं, क्योंकि आप इस टॉपिक वाल आ गए हैं। जदों चीफ मिनिस्टर या PPCC का प्रेजिडेंट किथे जाना होंदा, उन्हां दा तां रोड कदे 15-20 मिनट मैं तां कदे उन्हां नूं सड़क ते बैठे वेख्या नहीं, उन्हां नूं तां डाइवर्ट करके लै जांदे आ। मगर प्राइम मिनिस्टर नूं DGP क्लीयरेंस दे रहा है, आप गैर हाजिर है, और फिर लिया के 20 मिनट मैं नहीं कदे सुनिया कि डॉक्टर मनमोहन सिंह जी जां वाजपेयी साहब जां IK गुजराल साहब जां देवे गौड़ा जी जिन्ने भी प्राइम मिनिस्टर्स होए है, कोई प्राइम मिनिस्टर की इस तरह खबर आई होवे कि 20 मिनट उन्होंने तुसी पुल ते इस तरह अड़ा के रखा। तो इट वॉज अ वेल प्लान्ड कॉन्स्पिरेसी हैच्ड एट द CM हाउस बाय PPCC प्रेजिडेंट सुखी रंधावा एंड दिस DGP। सो ये कुछ कर सकते। मैं तक बहुत छोटी जी फराई हाँ, मेरे मैं तो जे प्रधानमंत्री ते यह काम कर सकते, मेरे ते तां जो मर्जी कर दो। असैसिनेशन का आपने शब्द का इस्तेमाल किया, बिल्कुल कीता है, बिकॉज देखो what has happened in the past। ਰਾਜੀਵ ਗਾਂਧੀ ਨੂੰ ਜਿਹੜੇ ਲੋਕ ਮਿਲਣ ਗਏ ਸੀ, ਜਿਹੜੇ ਗਾਰਲੈਂਡ ਕਰ ਰਹੇ ਸੀ, ਉਹਨਾਂ ਨੇ ਮੁੜ ਕੇ ਰਾਜੀਵ ਗਾਂਧੀ ਨੂੰ ਅਸੈਸੀਨੇਟ ਕਰਤਾ। ਇੰਦਰਾ ਗਾਂਧੀ ਦਾ ਇੱਕ ਪਾਸਟ ਹੈ, ਉਹ ਉਸ ਤੇ ਅਗਰ ਕੁਝ ਨਹੀਂ ਹੋਇਆ ਤੇ ਆਪਾਂ ਬਹੁਤ ਇੱਥੇ ਚੌੜੇ ਹੋ ਕੇ ਗੱਲ ਕਰ ਰਹੇ ਹਾਂ ਕਿ ਹੋਇਆ ਕੁਝ ਨਹੀਂ, ਤੇ ਜੀ ਇਹ ਤਾਂ ਐਵੇਂ ਕਹਾਣੀ ਬਣਾ ਲਈ ਜੀ, ਤੇ ਜੇ ਕੁਝ ਹੋ ਜਾਂਦਾ ਤੇ ਫਿਰ ਪੰਜਾਬੀ ਕਿੱਧਰ ਨੂੰ ਮੂੰਹ ਕਰਦੇ। ਜਿਹੜੇ ਚੰਨੀ ਸਾਹਿਬ ਨੌਨਸੈਂਸਿਕਲ ਗੱਲਾਂ ਕਰ ਰਿਹਾ ਕਿ ਮੈਂ ਪਹਿਲਾਂ ਛਾਤੀ 'ਚ ਗੋਲੀ ਖਾਵਾਂ, ਤੂੰ ਤਾਂ ਛਾਤੀ 'ਚ ਪਲੈਨਿੰਗ ਕਰ ਰਿਹਾ ਸੀ ਬੈਠਿਆ। ਛਾਤੀ 'ਚ ਗੋਲੀ ਇਹਨਾਂ ਨੇ ਖਾਣੀ ਕਿਸੇ ਲਈ, ਇਹ ਤਾਂ ਸਿੱਧੂ ਲਈ ਨਾ ਖਾਣ, ਆਪਦੇ ਪ੍ਰਧਾਨ ਲਈ ਨਾ ਖਾਵੇ ਛਾਤੀ 'ਚ ਗੋਲੀ, ਇਹੀ ਪੁੱਛ ਲਿਓ। ਉਹ ਤਾਂ ਦੂਰ ਦੀ ਗੱਲ ਆ, ਪ੍ਰਧਾਨ ਮੰਤਰੀ ਲਈ ਖਾ ਲੂ। ਸਾਹਿਬ ਇੱਕ ਸਵਾਲ ਹੈਗਾ, ਤੁਹਾਨੂੰ ਲੱਗਦਾ ਕਿ ਜੋ ਸਾਰਾ ਇਨਸੀਡੈਂਟ ਹੋਇਆ ਤੁਹਾਡੇ ਨਾਲ, ਇਹਦੇ ਨਾਲ ਅਕਾਲੀ ਦਲ ਨੂੰ ਕਿਤੇ ਨਾ ਕਿਤੇ ਕੋਈ ਝਟਕਾ ਲੱਗੂਗਾ, ਨੁਕਸਾਨ ਹੋਊਗਾ ਇਲੈਕਸ਼ਨ ਦੇ ਵਿੱਚ? ਕੱਲ ਦਾ ਸਿੱਧੂ ਨੂੰ ਝਟਕਾ ਲੱਗ ਗਿਆ, ਹੋਰ ਤਾਂ ਪਤਾ ਨਹੀਂ ਭਰਾ ਕਿਸੇ ਨੂੰ ਲੱਗੂ ਕਿ ਨਹੀਂ ਲੱਗੂ। ਸਾਨੂੰ ਤਾਂ ਕੋਈ ਲੱਗ ਜਾਪਦਾ, ਤੈਨੂੰ ਕੋਈ ਝਟਕਾ ਲੱਗਦਾ ਸਾਡੇ 'ਚ ਕਿਸੇ? ਇਹ ਕਹਿੰਦੇ ਇਹਨਾਂ ਨੇ ਪੁੱਛਿਆ ਨਹੀਂ, ਤੂੰ ਕਹਿ ਰਿਹਾ ਝਟਕਾ ਲੱਗ ਗਿਆ। ਮੈਂ ਤਾਂ ਸਮਝ ਆਉਂਦੀ, ਆਪਸ 'ਚ ਤਾਂ ਸਲਾਹ ਕਰ ਲਓ ਪਹਿਲਾਂ ਤੁਸੀਂ, ਆਪਸ 'ਚ ਭਾਈਚਾਰਾ ਹੀ ਹੈ ਇੱਕ। ਸਿੱਧੂ ਨੂੰ ਜ਼ਰੂਰ ਲੱਗ ਗਿਆ ਠੋਕੋ ਤਾਲੀ ਨੂੰ ਝਟਕਾ, ਉਹ ਕੋਈ ਨਾ ਦਾ ਇਲਾਜ ਕਰਦੇ ਆ, ਇਲਾਜ ਕਰਾਵਾਂਗੇ ਉਹਦਾ। ਦੋ ਦਿਨ ਚੁੱਪ ਬੈਠਾ, 2 ਦਿਨ ਤੋਂ ਕੱਲ ਤੋਂ ਥੋੜਾ ਜਿਹਾ ਬਿਲਕੁਲ ਹੀ ਸਾਇਲੈਂਟ ਨੇ। ਅੱਜ ਕਹਿੰਦੇ ਸਾਇਲੈਂਟ ਮੋਡ ਤੇ ਚਲੇ ਗਏ। ਚੰਗਾ ਕਮੈਂਟ ਕਰੋ, ਸਿੱਧੂ ਦਾ ਅਸਲ 'ਚ ਉਹ ਕੀ ਗੁਜ਼ਰੀ ਹੋਏਗੀ, ਕਿਉਂਕਿ ਉਹ ਬਹੁਤ ਜ਼ਿਆਦਾ ਕੱਲ ਉਹ ਐਡੇ ਵੱਡੇ ਸਟਾਰ ਦੀ ਜੁਆਇਨਿੰਗ ਸੀ, ਉਹ ਸਾਰਾ ਹੀ ਕੰਮ ਕਿੜਕੜੀ ਕਰਾਤੀ ਤੁਸੀਂ ਸਾਰਿਆਂ ਨੂੰ। ਮਤਲਬ ਉਸ ਤਰ੍ਹਾਂ ਤਾਂ ਉੱਥੇ ਤਾਂ ਇਸ ਤਰ੍ਹਾਂ ਬੁੱਲਾਂ ਤੇ ਸਿਕਰੀ ਪਈ ਸੀ ਤੇ ਫਿਊਜ਼ ਇਸ ਤਰ੍ਹਾਂ ਉੱਡੇ ਸੀ ਜਿਵੇਂ ਪਤਾ ਨਹੀਂ, ਜਿਵੇਂ ਚੰਨੀ ਨੂੰ ਐਲਾਨਤਾ ਹੁੰਦਾ ਮੁੱਖ ਮੰਤਰੀ। ਇਹਨੂੰ ਕਹ ਕਿਉਂ ਦਿਲ ਛੱਡੀ ਜਾਂਦਾ ਨਾ ਚੰਨੀ ਨੂੰ ਮੁੱਖ ਮੰਤਰੀ। ਦੇਖੋ ਮੈਂ ਹੈਰਾਨ ਹੋ ਜਾਂਦਾ ਉਹਨਾਂ ਦੀ ਗੱਲ ਸੁਣ ਕੇ। ਉਹ ਸੁਰਜੇਵਾਲਾ ਸਾਹਿਬ ਨੇ ਕਹੀ ਸੀ ਨਾ, ਬਰਾੜ ਸਾਹਿਬ ਤੁਸੀਂ ਪੁੱਛਿਆ ਕਰੋ ਇਹ ਜੇ ਸਵਾਲ, ਮੇਰਾ ਹੀ ਸਵਾਦ ਲਈ ਜਾਂਦਾ ਉੱਥੇ ਜਾ ਕਿੰਨੀ ਵਾਰੀ ਇੱਕੋ ਗੱਲ ਦਾ ਸਵਾਦ ਕਿੰਨੀ ਵਾਰੀ ਆ ਸਕਦਾ। ਤੂੰ ਇਹ ਗੱਲ ਪੁੱਛ ਕਿ ਸੁਰਜੇਵਾਲੇ ਨੇ ਕਹਿਤਾ ਸਾਡੇ 3 ਮੁੱਖ ਮੰਤਰੀ ਹੋਣੇ ਆ, ਇਹ ਕਿਵੇਂ ਬਿਠਾਉਣੇ ਆ 3 ਇੱਕੋ ਕੁਰਸੀ 'ਚ? ਮੜਾ ਫਿੱਟ ਤਾਂ ਕਰਕੇ ਵਿਖਾਓ, ਪਹਿਲਾਂ ਟ੍ਰਾਇਲ ਤਾਂ ਵਿਖਾਓ ਪੰਜਾਬ ਦੇ ਲੋਕਾਂ ਨੂੰ ਕਿ ਉੱਤੇ ਕਿਹੜਾ ਬੈਠੂ, ਕੁਰਸੀ ਦੇ ਆ ਮੋਢਿਆਂ ਤੇ ਕਿਹੜਾ ਬੈਠੂ, ਥੱਲੇ ਕਿਹੜਾ ਆਵਾਜ਼ ਦਊ। ਮਾੜਾ ਸੀਨ ਤਾਂ ਵਿਖਾਓ ਲੋਕਾਂ ਨੂੰ ਕਿ ਸਿੱਧੂ ਕੁਰਸੀ ਦੇ ਥੱਲੇ ਬਹਿ ਕੇ ਆਵਾਜ਼ ਦਊ ਕਿ ਮੋਢਿਆਂ ਤੇ ਜਾਖੜ ਹੋਊ ਤੇ ਚੰਨੀ ਕਿੱਥੇ ਹੋਊ। ਇਹ ਆਪਦੇ ਨੂੰ ਨਹੀਂ ਮੰਨਦੇ। ਤੁਸੀਂ ਇੱਕ ਗੱਲ ਵੇਖੋ, ਮੈਂ ਲਾਸਟ ਗੱਲ ਕਰਕੇ ਸਮਾਪਤੀ ਕਰਦਾ। ਇਹ 3 ਮਹੀਨੇ ਕਿੰਨੇ ਮਾੜੇ ਸੀ, ਇਹ ਗੱਲ ਠੋਕੋ ਤਾਲੀ ਆਪ ਦੱਸਦਾ।
ਜੇ ਚੰਗੇ ਸੀ ਤੇ ਮੰਨ ਲਵੇ ਚੰਨੀ ਨੂੰ ਮੁੱਖ ਮੰਤਰੀ। ਆਪ ਹੀ ਕਾਂਗਰਸ ਨਹੀਂ ਮੰਨ ਰਹੀ। ਮੇਰੇ ਤੋਂ ਤਾਂ ਕੀ ਮਤਲਬ, ਉਹਨਾਂ ਨੂੰ ਨੋ ਕੌਨਫੀਡੈਂਸ ਮੋਸ਼ਨ ਠੋਕੋ ਤਾਲੀ ਲਿਆਈ ਬੈਠੇ ਉਹਨਾਂ ਦੇ। डेरा बाबा नानक दे बिच पहुंच गए ने जी। बोला रहा है और उसमें दे रहा है कि आम आदमी पार्टी की देखा जाए वो बहुत मजबूत है अभी पंजाब में, उसके बाद कांग्रेस, अकाली दल का और बीजेपी का पता नहीं लग रहा है, इस पे क्या कहेंगे सर? ओपिनियन पोल बहुत आते हैं रंधावा और साहब कैसे आते हैं, क्यों आते हैं, आज मौका नहीं है इस पे टिप्पणी का। रंधावा साहब डेरा बाबा नानक दे बिच पहुंच गए ने, उत्थे कैंपेन उन्होंने शुरू कर दिया भी मैं हुण डेरा बाबा नानक चों नहीं निकलना। नहीं नायत की नहीं निकलता उत्थे, नायत की नहीं निकलता। हाँ जी अश्विनी ਸਿੱਧੂ ਸਾਹਿਬ ਨੇ ਅੱਜ ਕਿਹਾ ਇੱਕ ਪੰਜਾਬ ਮਾਡਲ ਲਾਂਚ ਕਰਿਆ ਉਹਨਾਂ ਨੇ, ਉਹਦੇ 'ਚ ਬੜੀਆਂ ਚੀਜ਼ਾਂ ਦੱਸੀਆਂ। ਉਹ ਕਹਿੰਦੇ ਆ ਕਿ ਮੈਂ ਇਹ ਮਾਡਲ ਲੈ ਕੇ ਜਾਵਾਂਗਾ ਹਾਈ ਕਮਾਨ ਦੇ ਕੋਲ, ਤੇ ਹਾਈ ਕਮਾਨ ਨੇ ਅਗਰ ਅਪਰੂਵ ਨਾ ਕੀਤਾ ਤਾਂ मैं अपना निर्णय खुद करांगा। ਇਹਦੇ ਉੱਪਰ ਕੀ ਕਰਨਾ है? और आज जो प्रेस कॉन्फ्रेंस करी इसी में एड ऑन है, उन्होंने किसी पार्टी के नेता का और किसी मुख्यमंत्री का सरकार का नहीं लगाया, अपना ही वो पंजाब मॉडल। तो डू यू थिंक इट्स पंजाब मॉडल और इंडिपेंडेंट पार्टी बनाओगे? ਤੁਸੀਂ ਨਾ ਕਿਸੇ ਨੇ ਉਹ ਬੱਕਰੀਆਂ ਤਾਂ ਨਹੀਂ ਕਿਸੇ ਨੇ ਰੱਖੀਆਂ ਜਾਂ ਚਾਰੀਆਂ। ਇਹ ਜਿਹੜਾ ਸਿੱਧੂ ਹੈ ਨਾ, ਇਹਦਾ ਮਾਡਲ ਹੈ ਬੱਕਰੀ। ਮੈਂ ਹੋਰ ਕੋਈ ਮਾਡਲ ਨਹੀਂ ਇਹਦਾ। ਇਹ ਠੋਕੋ ਤਾਲੀ ਦਾ ਫਲਾਪ ਮਾਡਲ ਹੈ। ਕੋਈ ਸਿਰ ਨਹੀਂ, ਕੋਈ ਪੈਰ ਨਹੀਂ ਕਿਸੇ ਗੱਲ ਦਾ। ਇੱਕ ਵੀ ਜਿਹੜੀ ਉਹ ਗੱਲ ਕਰਦਾ, ਤੁਸੀਂ ਕਦੇ ਉਹ ਰੈਵਨਿਊ ਜਨਰੇਸ਼ਨ ਫਿਗਰਸ ਨੂੰ ਤੁਸੀਂ ਐ ਕਰੋ, ਚਲੋ ਮੇਰੀ ਗੱਲ ਛੱਡੋ, ਫਿਰ ਮੇਰੇ ਤੇ ਤਾਂ ਕੰਮ ਹੋਰ ਆ ਜਾਂਦਾ। ਤੁਸੀਂ ਖਜ਼ਾਨਾ ਮੰਤਰੀ ਇਹਨਾਂ ਦੇ ਨੇ ਮਨਪ੍ਰੀਤ ਸਿੰਘ ਬਾਦਲ, ਉਹੀ ਉਹਦੇ ਫਿਗਰਸ ਨੂੰ ਵੈਲੀਡੇਟ ਕਰ ਦੇਣ, ਕਿਉਂਕਿ ਉਹ 8 ਸਾਲ ਖਜ਼ਾਨਾ ਮੰਤਰੀ ਰਹੇ ਆ। ਕੀ ਇਹ ਸੰਭਵ ਹੈ? ਤੇ ਮੈਨੂੰ ਜੋ ਤੁਸੀਂ ਕਹੋਗੇ ਮੈਂ ਉਹ ਕਰਨ ਨੂੰ ਤਿਆਰ ਹਾਂ। ਉਹਦੀ ਗੱਲ ਜਦੋਂ ਕਰਦਾ ਹੈ ਨਾ, ਤੁਸੀਂ ਕਦੇ ਚੰਨੀ ਦਾ ਮੂੰਹ ਵੇਖਿਆ? ਉਹ ਆਪ ਉਹਦਾ ਮੂੰਹ ਇਸ ਤਰ੍ਹਾਂ ਬਣਿਆ ਹੁੰਦਾ ਕਿ ਇਹ ਤੋਂ ਗਾਂ ਇਹ ਫੇਲ ਕਰ ਸਕਦਾ। ਇਹ ਮਤਲਬ ਲਿਟਰਲੀ ਮੈਨੂੰ ਕਹਿਣਾ ਨਹੀਂ ਚਾਹੀਦਾ, ਉਹਦਾ ਮੂੰਹ ਇਸ ਤਰ੍ਹਾਂ ਬਣਿਆ ਹੁੰਦਾ ਇਹ ਤੋਂ ਗਾਂ ਡਫਰ ਕੋਈ ਹੋ ਸਕਦਾ ਜਾਂ ਇਹ ਤੋਂ ਵੱਧ। ਮਤਲਬ ਸ਼ਕਲ ਦੱਸ ਰਿਹਾ ਮੈਂ, ਮਤਲਬ ਇਹ ਨਾਨ ਇੰਟਰਸਟਿਡ ਚੀਫ ਮਿਨਿਸਟਰ। ਤੇ ਜਦ ਚੀਫ ਮਿਨਿਸਟਰ ਕੱਲ ਬੋਲ ਰਿਹਾ ਸੀ ਤੇ ਤੁਸੀਂ ਸਿੱਧੂ ਦੀ ਬਾਡੀ ਲੈਂਗੁਏਜ ਵੇਖ ਲਿਆ ਕਰੋ। ਇਸ ਲਈ ਇਹ ਫੈਸਲਾ ਉਹਨੇ ਨਹੀਂ ਕਰਨਾ, ਲੱਗਦਾ ਕਾਂਗਰਸ ਨਹੀਂ ਕਰ ਲਿਆ। ਇਹਨੇ ਬਣਾ ਦੇਣੀ ਹੁਣ ਠੋਕੋ ਤਾਲੀ ਐਂਡ ਪਾਰਟੀ। ਜਾਣ ਦਿਓ ਯਾਰ, ਹੁਣ ਤੁਸੀਂ ਇੱਕ ਕੱਲ ਦਾ ਦਿਨ ਵੀ ਚੜ ਲੈਣ ਦਿਓ। ਆਪਾਂ ਤੁਸੀਂ ਕਿਹੜਾ ਦਰਸ਼ਨ ਭਾਲਦੇ ਸੀ? ਤੁਸੀਂ ਇੱਕ ਅੱਧੇ ਨੇ ਤਾਂ ਜ਼ਰੂਰ ਦਿਲੋਂ ਅਰਦਾਸ ਬੇਨਤੀ ਕੀਤੀ ਆ, ਮੇਰੇ ਘਰ ਤੱਕ ਵੀ ਪਹੁੰਚੇ ਹੋ। ਮਤਲਬ ਅੱਜ ਕਦੇ ਨਹੀਂ ਵਾਵਾ ਨਹੀਂ ਕੀਤੀ ਅਸਲ 'ਚ। ਸੌਰੀ ਆਈ ਟੇਕ ਮਾਈ ਵਰਡਸ ਬੈਕ। ਇੱਕ ਅੱਧਾ ਹੈ ਜਿੱਥੇ ਰਹੇ ਨਜ਼ਾਰੇ 'ਚ ਰਹੇ ਰੱਬ ਦੇ। ਮਤਲਬ ਇਹ ਤੋਂ ਗਾਂ ਦਾ ਨਜ਼ਾਰਾ ਨਹੀਂ ਸੀ। ਮਤਲਬ ਜਿੰਨੇ ਰੱਬ ਦੇ ਨੇੜੇ ਮੈਨੂੰ ਕਰਤਾ ਨਾ ਇਹਨਾਂ ਬੰਦਿਆਂ ਨੇ, ਮੈਂ ਦੱਸ ਨਹੀਂ ਸਕਦਾ। ਗੁਰੂ ਸਾਹਿਬ ਦੀ ਐਡੀ ਕਿਰਪਾ ਬਖਸ਼ਿਸ਼ ਕਰਾਤੀ। ਮੈਂ ਤਾਂ ਇਹਨਾਂ ਦਾ ਵੀ ਕੋਟਨ ਕੋਟ ਧੰਨਵਾਦ। ਇੱਕ ਹੋਰ ਸਵਾਲ ਹੈ ਜੀ, ਜਿਹੜੀਆਂ ਨਵੇਂ ਸਾਲ ਦੇ ਤੁਹਾਡੀਆਂ ਫੋਟੋਆਂ ਵਾਇਰਲ ਹੋਈਆਂ, ਤੇ ਇੱਕ ਗੱਲ ਵਾਅਦਾ ਹੈ ਕਿ ਜੇ ਇਹ ਜੇ ਡੀਜੀਪੀ ਗਾਂ ਲੱਗ ਕੇ ਗਏ, ਤੁਹਾਨੂੰ ਵੀ ਨਜ਼ਾਰਾ ਵਿਖਾਉ, ਨਾਲ ਲੈ ਕੇ ਜਾਊਂ। ਥੈਂਕ ਯੂ। ਜੀ ਸਾਹਿਬ ਉਹ ਨਵੇਂ ਸਾਲ ਵਾਲੀਆਂ ਫੋਟੋਆਂ ਦਾ ਕਲੀਅਰ ਕਰੋ। ਅੱਛਾ ਸੱਚ ਇੱਕ ਮੈਂ ਹੋਰ ਦੱਸ ਦਿਆਂ, ਇਹ ਦੇਖੋ ਕੀ ਯਾਰ, ਹੁਣ ਕੀ ਇਹਨਾਂ ਬੰਦਿਆਂ ਦੀ ਗੱਲ ਕਰਨੀ, ਛੱਡੋ ਹੁਣ, ਬੜੀ ਹੋ ਗਈ। ਫੋਟੋਆਂ ਦੱਸ ਦਿਓ ਜੀ, ਬੜਾ ਰੌਲਾ ਪਿਆ ਸੀ। ਚੱਲ ਤੇਰੇ ਯਾਰ ਦੀ ਗੱਲ ਕਰਦਾ। ਉਹਨੂੰ ਪਹਿਲੇ ਦਿਨ ਮੇਰੀ ਫੋਟੋ ਵਿਖਾਈ ਗਈ ਤੇ ਕਹਿੰਦਾ ਲੈ ਜੀ ਦਰਬਾਰ ਸਾਹਿਬ ਤਾਂ ਸਾਰੀ ਜਾ ਸਕਦੇ ਆ। ਕਹਿੰਦਾ ਫਲਾਣੇ ਵੀ ਜਾਂਦੇ, ਫਲਾਣੇ ਵੀ ਇਹਦੇ ਇਹ ਜੇ ਯਾਰ ਕਿ ਡਿਫਾਲਟਰ ਵੀ ਜਾਂਦੇ ਆ ਉੱਥੇ। ਤੇ ਫਿਰ ਅਗਲੇ ਕਹਿੰਦਾ ਅਸੀਂ ਅੰਦਰੋਂ ਥੋੜੀ ਫੜ ਲੈਣਾ ਸੀ। ਅਗਲੇ ਦਿਨ ਕਹਿੰਦਾ ਨਹੀਂ ਜੀ ਉਹ ਤਾਂ ਗਿਆ ਹੀ ਨਹੀਂ, ਪੁਰਾਣੀ ਫੋਟੋ। ਇਹਨੂੰ ਮੈਂ ਇਹ ਗੱਲ ਦੱਸ ਦਿਆਂ ਕਿ ਮੈਂ 8 ਪਹਿਰੀ ਸੱਚੇ ਪਾਤਸ਼ਾਹ ਨੂੰ ਧਿਆਉਣ ਵਾਲਾ ਬੰਦਾ, ਔਰ ਮੈਂ ਜਿੱਥੇ ਜਾ ਕੇ ਉੱਥੇ ਨਤਮਸਤਕ ਵੀ ਹੁੰਦਾ ਰਿਹਾ, ਗਾਂ ਵੀ ਹੁੰਦਾ ਰਹੂੰਗਾ। ਭਾਵੇਂ ਜਿਹੜੇ ਮਰਜ਼ੀ ਹਾਲਾਤਾਂ 'ਚ ਮੈਨੂੰ ਕਰ ਲੈਣ, ਮੈਨੂੰ ਰੱਬ ਨਾਲੋਂ ਨਹੀਂ ਤੋੜ ਸਕਦੇ। ਹਾਂਜੀ आपकी तस्वीरें हैं, मतलब क्योंकि उसको लेकर भी एक विवाद छिड़ा हुआ है। ਮੇਰੀ ਡੁਪਲੀਕੇਟ ਬਣਦੀ ਨਹੀਂ।